ਕੀਤੀਆਂ ਮਿਹਨਤਾਂ ਵਾਰਸਾ ਦੁੱਖ ਛਾਗੇ, ਕਦੇ ਜਾਂਦੀਆਂ ਨਹੀਂ ਨਿਫਲੀਆਂ ਨੀ। ਸਾਈਂ ਵਾਰਿਸ ਸ਼ਾਹ ਦੇ ਇਹ ਬੋਲ ਬਖੂਬੀ ਟੁਕਦੇ ਹਨ ਮੋਗੇ ਜ਼ਿਲ੍ਹੇ ਦੇ ਪਿੰਡ ਪੰਜ ਗਰਾਈ ਖੁਰਦ ਦੇ ਕਿਰਤੀ ਹਰਨੇਕ ਸਿੰਘ ਦੇ ਪੁੱਤਰ ਕੁਲਦੀਪ ਸਿੰਘ ਗਿੱਲ 'ਤੇ, ਜਿਸ ਨੇ PCS ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣਨ ਦਾ ਮਾਣ ਹਾਸਲ ਕੀਤਾ ਹੈ। ਬੇਸ਼ੱਕ ਜੱਜ ਕੁਲਦੀਪ ਸਿੰਘ ਗਿੱਲ ਦਾ ਜਨਮ ਕੋਟਕਪੂਰੇ ਦਾ ਹੈ, ਪਰ ਉਸ ਦਾ ਪਿਤਰੀ ਪਿੰਡ ਪੰਜ ਗਰਾਈ ਖੁਰਦ ਨਾਲ ਗਹਿਰਾ ਨਾਤਾ ਜੁੜਿਆ ਹੋਇਆ ਹੈ। ਉਸ ਦੀ ਪ੍ਰਾਪਤੀ 'ਤੇ ਜਿੱਥੇ ਸਮੁੱਚਾ ਕਿਰਤੀ ਵਰਗ ਤੇ ਪਿੰਡ ਵਾਸੀ ਮਾਣ ਮਹਿਸੂਸ ਕਰਦੇ ਹਨ, ਤੇ ਅੱਜ ਉਸ ਦੇ ਸਨਮਾਨ ਵਿੱਚ ਪਿੰਡ ਵਿੱਚ ਇੱਕ ਸ਼ਾਨਦਾਰ ਸਮਾਗਮ ਰੱਖਿਆ ਗਿਆ, ਜਿਸ ਵਿੱਚ ਜਸਟਿਸ ਕੁਲਦੀਪ ਸਿੰਘ ਗਿੱਲ ਨੂੰ ਪਿੰਡ ਦੀ ਪੰਚਾਇਤ, ਡੇਰਾ ਬਾਬਾ ਭਗਵਾਨ ਦਾਸ ਅਤੇ ਸਰਕਾਰੀ ਹਾਈ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਪੇਸ਼ ਹੈ ਚਰਚਾ ਪੰਜਾਬ ਵੱਲੋਂ ਇੱਕ ਵਿਸ਼ੇਸ਼ ਰਿਪੋਰਟ। ਕਿਰਤੀ ਪਰਿਵਾਰ 'ਚ ਜੰਮਣਾ। ਸੋ ਕਿਰਤੀ ਪਰਿਵਾਰ 'ਚ ਜੰਮਣਾ ਤਾਂ ਉਸ ਜਨਮ ਦੇ ਨਾਲ ਹੀ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ। ਕਿਸੇ ਦੁਕਾਨ ਦੇ ਉੱਪਰ ਨੌਕਰੀ ਕਰਨੀ ਪਈ ਮੈਨੂੰ, ਸੀਮੈਂਟ ਦੀ ਦੁਕਾਨ। ਕਈ ਵਾਰ ਫਿਰ ਉਹ ਸੀਮੈਂਟ ਦੇ ਬੈਗ ਹੁੰਦੇ ਸੋ ਰੇੜੇ ਉੱਪਰ ਰੱਖ ਕੇ ਛੱਡਣ ਜਾਣਾ ਪੈਂਦਾ ਸੀ। ਸੋ ਮਹਿਜ਼ 13 ਸਾਲ ਦੀ ਮੈਂ 8ਵੀਂ 10ਵੀਂ ਔਰ 12ਵੀਂ ਜਿਹੜੀ ਬੋਰਡ ਦੀ ਕਲਾਸਿਸ ਸੀਗੀ ਉਹ ਘਰ ਬੈਠੇ ਕੰਮ ਕਰਦੇ ਪ੍ਰਾਈਵੇਟ ਬਹੁਤ ਮੈਂ ਖੁੱਲ੍ਹਾ ਰਿਹਾ, ਮੈਂ ਬੰਨ ਕੇ ਨਹੀਂ ਰਿਹਾ। ਮੈਂ ਬਹੁਤ ਕੰਨ ਤੇ ਆਪਣੀ ਅੱਖਾਂ ਖੋਲ੍ਹ ਕੇ ਜਿਹੜਾ ਸੀ ਕਿ ਅਫਸਰ ਮੈਂ ਸ਼ੁਰੂ ਤੋਂ ਬਣਨਾ ਚਾਹੁੰਦਾ ਸੀ। ਇਹ 9ਵੀਂ 10ਵੀਂ ਤੋਂ ਹੀ ਮੈਂ ਸੋਚਦਾ ਸੀ। ਇਹ ਸਿਰਫ ਮੇਰੇ ਵੱਡੇ ਵੀਰ ਜੀ ਕਰਕੇ, ਸੰਤੋਖ ਸਿੰਘ ਜੀ ਕਰਕੇ ਜੀ, ਉਹਨਾਂ ਨੇ ਮੈਨੂੰ ਹੌਸਲਾ ਦਿੱਤਾ। ਮੈਂ ਦੱਸ ਦੇਣਾ ਚਾਹਾਂ, ਮੈਂ 8ਵੀਂ ਕਲਾਸ ਤੋਂ ਹੀ ਹਿੰਦੁਸਤਾਨ ਟਾਈਮਜ਼ ਨਿਊਜ਼ਪੇਪਰ ਪੜ੍ਹਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਵੀ ਮੈਂ ਆਪਣੇ ਨਿਸ਼ਾਨੇ ਤੋਂ ਭਟਕਿਆ, ਔਰ ਮੈਨੂੰ ਪਤਾ ਮੈਂ ਜਾਗਦੀਆਂ ਅੱਖਾਂ ਨਾਲ ਸੁਪਨੇ ਦੇਖਿਆ, ਲੋਕ ਮੈਨੂੰ ਗੁਆਚਿਆ ਹੋਇਆ ਕਿ ਨਾਲ ਪਾਓ। ਮੈਂ ਗੱਲ ਕਹਿਣਾ ਚਾਹਾਂਗੀ, ਅਫਸਰ ਬਣਨਾ ਹੀ ਇਕੱਲਾ ਰਾਹ ਨਹੀਂ ਹੁੰਦਾ, ਰਾਹ ਬਹੁਤ ਨਿਕਲਦੇ ਨੇ ਜ਼ਿੰਦਗੀ ਵਿੱਚ। ਸਭ ਤੋਂ ਹੁੰਦਾ ਉੱਤਮ ਇਨਸਾਨ ਆ ਹੈ ਕਿ ਜਿੰਨਾ ਸਵਾਦ ਕਿਤਾਬਾਂ ਪੜ੍ਹ ਕੇ ਜ਼ਿੰਦਗੀ ਜਿਉਣ ਚਾਹੁੰਦਾ, ਉਹਨਾਂ ਸਵਾਦ ਹੋਰ ਕਿਤੇ ਵੀ ਨਹੀਂ ਹੈ। ਮੇਰਾ ਜਿਹੜਾ ਰਾਬਤਾ ਹੈ ਉਹ ਮੇਰੇ ਫੈਸਲੇ ਥਰੂ ਆਮ ਲੋਕਾਂ ਨਾਲ ਹੋਊਗਾ। ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਇਹਨਾਂ ਸਤਰਾਂ ਨੂੰ ਬਖੂਬੀ ਜਾਮਾ ਅਮਲ ਪਹਿਨਾਇਆ ਹੈ ਕੁਲਦੀਪ ਸਿੰਘ ਗਿੱਲ, ਜਿਨ੍ਹਾਂ ਨੇ ਕਿਰਤੀ ਪਰਿਵਾਰ ਵਿੱਚ ਜਨਮ ਕੇ PCS ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਜੱਜ ਹੋਣ ਦਾ ਰੁਤਬਾ ਹਾਸਲ ਕੀਤਾ ਹੈ। ਉਹਨਾਂ ਨੇ ਇਸ ਰੁਤਬੇ ਨੂੰ ਹਾਸਲ ਕਰਨ ਲਈ, ਇਸ ਮੁਕਾਮ 'ਤੇ ਪਹੁੰਚਣ ਲਈ ਕਿੰਨਾ ਮੁਸ਼ਕਿਲਾਂ ਵਿੱਚੋਂ ਇਸ ਸਫ਼ਰ ਨੂੰ ਤੈਅ ਕੀਤਾ। ਉਹਨਾਂ ਨਾਲ ਗੱਲ ਕਰਦੇ ਨੇ। ਸਵਾਗਤ ਹੈ ਗਿੱਲ ਸਾਹਿਬ। ਬਹੁਤ ਸ਼ੁਕਰੀਆ ਤੁਹਾਡਾ ਸੁਖਮਿੰਦਰ ਜੀ। ਮਤਲਬ ਮੇਰੇ ਤਜਰਬੇ ਜਿਹੜੇ ਹੈਗੇ ਨੇ, ਮੇਰੇ ਵਰਗੇ ਹੋਰ ਬਹੁਤ ਸਾਰੇ ਵਿਦਿਆਰਥੀਆਂ ਤੱਕ ਜਾਂ ਆਮ ਕਿਰਤੀ ਪਰਿਵਾਰਾਂ ਤੱਕ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਸ਼ੁਕਰੀਆ। ਦੇਖੋ, ਸਫ਼ਰ ਸੁਖਾਵਾਂ ਨਹੀਂ ਸੀ ਕਦੇ ਵੀ। ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਜਿਵੇਂ ਤੁਸੀਂ ਆਪ ਹੀ ਇੱਕ ਸ਼ਬਦ ਯੂਜ਼ ਕੀਤਾ, ਕਿਰਤੀ ਪਰਿਵਾਰ 'ਚ ਜੰਮਣਾ। ਸੋ ਕਿਰਤੀ ਪਰਿਵਾਰ 'ਚ ਜੰਮਣਾ ਤਾਂ ਉਸ ਜਨਮ ਦੇ ਨਾਲ ਹੀ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਨੇ। ਕਿਰਤੀ ਪਰਿਵਾਰ ਦੀ ਆਮਦਨ ਬਹੁਤ ਸੀਮਤ ਹੁੰਦੀ ਆ, ਔਰ ਆਪਣੇ ਬੱਚਿਆਂ ਨੂੰ ਤਾਲੀਮ ਦੇਣਾ ਜਿਹੜਾ ਉਹ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਸੋ ਪਰੰਤੂ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਮੇਰੇ ਪਿਤਾ ਜੀ ਹਰਨੇਕ ਸਿੰਘ ਜੀ ਦਾ, ਜਿਹੜੇ ਕਿ ਰਾਜ ਮਿਸਤਰੀ ਦਾ ਕੰਮ ਕਰਦੇ ਸੀ। ਉਹਨਾਂ ਨੇ ਸਾਨੂੰ ਹਮੇਸ਼ਾ ਹੀ ਪ੍ਰੇਰਨਾ ਦਿੱਤੀ ਹੈ ਕਿ ਤੁਸੀਂ ਪੜ੍ਹਨਾ ਹੈ। ਅਗਰ ਤੁਸੀਂ ਨਹੀਂ ਪੜ੍ਹੋਗੇ ਤਾਂ ਤੁਸੀਂ ਮਿਹਨਤ ਮਜ਼ਦੂਰੀ ਕਰੋਗੇ, ਔਰ ਜਿਹੜੀ ਤੁਹਾਡੀ ਜ਼ਿੰਦਗੀ ਉਹਦੀ ਗੁਣਾਤਮਕਤਾ ਜਿਹੜੀ ਉਨੀ ਚੰਗੀ ਨਹੀਂ ਰਹੇਗੀ। ਤਾਂ ਅਗਰ ਤੁਸੀਂ ਆਪਣੀ ਜ਼ਿੰਦਗੀ ਨੂੰ ਗੁਣਾਤਮਕ ਬਣਾਉਣਾ ਹੈ ਤਾਂ ਤੁਹਾਨੂੰ ਪੜ੍ਹਨਾ ਪਏਗਾ। ਔਰ ਪਰਿਵਾਰ ਦੀਆਂ ਸਮੱਸਿਆਵਾਂ ਸੀਗੀਆਂ। 6ਵੀਂ ਕਲਾਸ ਤੋਂ ਬਾਅਦ ਮੈਂ ਸਕੂਲ ਨਹੀਂ ਜਾ ਸਕਿਆ। 6ਵੀਂ ਕਲਾਸ ਤੱਕ ਮੈਂ ਪੁਰਾਣਾ ਕਿਲ੍ਹਾ ਕੋਟਕਪੂਰਾ ਸਕੂਲ ਵਿੱਚ ਆਪਣੀ ਤਾਲੀਮ ਜਿਹੜੀ ਉਹ ਲਈ ਆ। ਉਸ ਤੋਂ ਬਾਅਦ ਨਾਲ ਮਿਹਨਤ ਮਜ਼ਦੂਰੀ ਸ਼ੁਰੂ ਕੀਤੀ, ਕੰਮ ਕਰਨਾ ਸ਼ੁਰੂ ਕੀਤਾ, ਔਰ ਕਿਸੇ ਦੁਕਾਨ ਦੇ ਉੱਪਰ ਨੌਕਰੀ ਕਰਨੀ ਪਈ ਮੈਨੂੰ, ਸੀਮੈਂਟ ਦੀ ਦੁਕਾਨ। ਸੋ ਕਈ ਵਾਰ ਫਿਰ ਉਹ ਸੀਮੈਂਟ ਦੇ ਬੈਗ ਹੁੰਦੇ ਸੋ ਰੇੜੇ ਉੱਪਰ ਰੱਖ ਕੇ ਛੱਡਣ ਜਾਣਾ ਪੈਂਦਾ ਸੀ। ਸੋ ਮਹਿਜ਼ 13 ਸਾਲ ਦੀ ਉਮਰ ਦੇ ਵਿੱਚ, ਬਹੁਤ ਛੋਟੀ ਉਮਰ ਵਿੱਚ, ਔਰ ਇਹ ਸਭ ਸੰਘਰਸ਼ ਜਿਹੜਾ ਚੱਲ ਰਿਹਾ ਸੀ। ਪਰੰਤੂ ਮੈਂ ਇੱਥੇ ਇੱਕ ਗੱਲ ਇਹ ਦੱਸ ਦੇਣਾ ਚਾਹਾਂਗਾ, ਜਿਹੜਾ ਕਿ ਉਹ ਇਹ ਹੈ ਕਿ ਮੈਂ ਕਦੇ ਵੀ ਨਹੀਂ ਇਹ ਸੋਚਿਆ ਸੀਗਾ ਕਿ ਮੈਂ ਨਹੀਂ ਪੜ੍ਹ ਪਾਵਾਂਗਾ, ਕਿਉਂਕਿ ਮੇਰੇ ਮਨ ਦੇ ਵਿੱਚ ਇਹ ਹਮੇਸ਼ਾ ਹੀ ਸੀਗਾ ਕਿ ਮੈਂ ਪੜ੍ਹਾਂਗਾ, ਚਾਹੇ ਮੈਂ ਜਿਵੇਂ ਮਰਜ਼ੀ ਪੜ੍ਹਾਂ। ਇਸ ਲਈ ਮੇਰੇ ਰਾਹ ਬਣ ਗਏ। ਮੈਂ 8ਵੀਂ 10ਵੀਂ ਔਰ 12ਵੀਂ ਜਿਹੜੀ ਬੋਰਡ ਦੀ ਕਲਾਸਿਸ ਸੀਗੀ ਉਹ ਘਰ ਬੈਠੇ ਕੰਮ ਕਰਦੇ ਪ੍ਰਾਈਵੇਟਲੀ ਕੀਤੀ, ਲੇਕਿਨ ਮੈਂ
ਸਕੂਲ ਜਾਣ ਵਾਲੇ ਜਿਹੜੇ ਬੱਚੇ ਸੀ ਉਹਨਾਂ ਨਾਲੋਂ ਵੱਧ ਪੜ੍ਹ ਪਾਇਆ। ਉਹਦਾ ਕਾਰਨ ਇਹ ਸੀ ਕਿ ਮੈਂ ਸਿਰਫ ਸਿਲੇਬਸ ਤੱਕ ਹੀ ਸੀਮਿਤ ਨਹੀਂ ਸੀਗਾ, ਮੈਂ ਸਿਲੇਬਸ ਦੀਆਂ ਸਾਰੀਆਂ ਜਿਹੜੀਆਂ ਕਿਤਾਬਾਂ ਸੀ ਉਹ ਮੇਰੇ ਦੋਸਤ ਜਿਹੜੇ ਆ ਮੇਰੇ ਨਾਲ ਦੀਆਂ ਮੇਰੇ ਜਿਹੜੇ ਸਰਪ੍ਰਸਤ ਲਾਈਕ ਮਾਸਟਰ ਸੋਹਣ ਸਿੰਘ ਜੀ ਵਰਗੇ ਮੇਰੇ ਜਿਹਨੂੰ ਬੱਚਿਆਂ ਦੀਆਂ ਪੜ੍ਹੀਆਂ ਹੋਈਆਂ ਕਿਤਾਬਾਂ ਦੇ ਦਿੰਦੇ ਸੀ, ਤਾਂ ਉਹ ਮੈਂ ਪੜ੍ਹਦਾ ਰਹਿੰਦਾ ਸੀ ਬੈਠ ਕੇ। ਸੋ ਲਿਟਰੇਚਰ ਦੀਆਂ ਕਿਤਾਬਾਂ ਵੀ ਪੜ੍ਹੀਆਂ, तो उस दे नाल ही मतलब अगे दी अगे हिम्मत आती रही और इस तरह मैं काम करते हुए मजदूरी करते हुए अपनी 12वीं जी क्लास पूरी की। जिस तरह तुसी हालात हाजरा बयान किया कि बड़ी मेहनत मुशक्कत दे नाल तुसी अपनी पढ़ाई जारी रखी, तो PCS जुडिशियल में जाने का ख्याल किद्दां आया? बहुत बहुत शुक्रिया थोड़ा सवाल पूछने की, बहुत सोहना सवाल तुसां पूछा। मैं ना जिस तरह दस के हटा कि पढ़ने का शौक ਸੀ, सो +1 ਤੋਂ ਮੇਰੀ ਇੰਗਲਿਸ਼ ਲਿਟਰੇਚਰ ਦੇ ਨਾਲ ਜਿਹੜੀ ਸੀਗੀ ਉਹ ਫਿਰ ਅੰਗਰੇਜ਼ੀ ਲਿਟਰੇਚਰ ਪੜ੍ਹਦੇ ਆ, ਕੁਝ ਅੰਗਰੇਜ਼ੀ ਲਿਟਰੇਚਰ ਲਿਖਣ ਵਾਲੀਆਂ ਅੰਗਰੇਜ਼ੀ ਆਥਰਸ ਦੇ ਸੰਪਰਕ ਦੇ ਵਿੱਚ ਹੈ ਕਿਤਾਬਾਂ ਤੋਂ। ਔਰ ਇਸੇ ਤਰ੍ਹਾਂ ਜਦੋਂ ਮੈਂ ਗ੍ਰੈਜੂਏਸ਼ਨ ਲਈ BA ਦਾ ਦਾਖਲਾ ਲਿਆ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿੱਚ, ਤਾਂ ਉੱਥੇ ਬੜਾ ਵਧੀਆ ਪ੍ਰੋਫੈਸਰਾਂ ਦੇ ਨਾਲ ਇੱਕ ਤਾਲਮੇਲ ਬਣਿਆ ਮੇਰਾ, ਬਹੁਤ ਵਧੀਆ ਉੱਥੇ ਮਤਲਬ ਉਹਨਾਂ ਨੇ ਜਦੋਂ ਮੇਰੇ ਨਾਲ ਵਾਰਤਾਲਾਪ ਕੀਤੀ ਉਹਨੂੰ ਲੱਗਿਆ ਕਿ ਬੱਚਾ ਜਿਹੜਾ ਪੜ੍ਹਨ ਵਾਲਾ ਹੈ, ਤਾਂ ਉਹਨਾਂ ਨੇ ਵਧੀਆ ਯੋਗ ਗਾਈਡ ਕੀਤਾ। ਔਰ ਮੈਨੂੰ ਕਿਤਾਬਾਂ ਮੈਂ ਗੁਰੂ ਨਾਨਕ ਦੇਵ ਲਾਇਬ੍ਰੇਰੀ ਆ ਉੱਥੇ ਬਰਜਿੰਦਰਾ ਕਾਲਜ ਦੇ ਵਿੱਚ ਉੱਥੇ ਬੈਠਣਾ ਸ਼ੁਰੂ ਕੀਤਾ। ਇਸ ਤਰ੍ਹਾਂ ਇੱਕ ਕਿਤਾਬ ਮੇਰੇ ਹੱਥ ਲੱਗੀ, ਕਿਤਾਬ ਬਹੁਤ ਸੋਹਣੀ ਸੀਗੀ। ਸੋ ਕਿਤਾਬ ਦੇ ਜਿਹੜੇ ਲੇਖਕ ਸੀਗੇ ਮੈਂ ਪਤਾ ਕੀਤਾ ਵੀ ਇਹਦੀ ਤਾਲੀਮ ਦੇਖੀ ਆਪਾਂ ਕੀ ਹੈ, ਤਾਂ ਉਹਨਾਂ ਨੇ ਲੌ ਕੀਤੀ ਹੋਈ ਸੀ किताब के लेखक ने। तो मैं बहुत मैं इतने दसना चाहूँगा बहुत मैं खुला रहा, मैं बन के नहीं रहा, मैं बहुत कन्न ते अपनी अखा खोल के जो है समाज में, चाहे मजदूरी की है मैं, चाहे फिर मैं पढ़िया, और जो मैं पढ़िया तो फिर मैं खुद ही फैसला कर लिया मैं कहा जी इन्नी सोहनी किताब लिखण वाला कोई व्यक्ति ने कानून पढ़िया तो जरूर ही कानून के कुछ ऐसी गल होगी जी। सो मैं फैसला किया BA भाग दूजे की गल कर रहा, मैं 2012 की गल कर रहा। उसके बाद फिर मैं लॉ एंट्रेंस एग्जाम दिता दिल्ली यूनीवर्सिटी दी फैकल्टी ऑफ लॉ का और डिपार्टमेंट ऑफ लॉ पंजाब यूनीवर्सिटी चंडीगढ़ का। मेरे फादर साहब मेरे नाल गए थे और मतलब असी एग्जाम दोने क्लीयर थे मेरे, परंतु मैं जो चूज से पंजाब यूनीवर्सिटी। तो इस तरह मैं मतलब लॉ के दाखला लिया। लॉ जो मैं दाखला लिया तो जुडिशियल ऑफिसर या जज बनना उद तक मैं डिसाइड नहीं किया, परंतु मैं दस देना चाहूँगा कि अफसर मैं शुरू तो बनना चाहता सी, 9वीं 10वीं तो ही मैं सोच लिया सी। लॉ के दौरान जो मैं देखा कि एक दिन मैं मेरा जिस मैं एक्सप्लोर करता रहा क्योंकि उत्थे भी मैंने आर्थिक तंगियां का सामना करना पिया, तो फिर मैं किवें ना किवें किसी वकील के दफ्तर के जाना शुरू कर दिया। मैं LLB दूजे साल के पढ़ता सी, तो उत्थे मैं दफ्तर के ड्राफ्टिंग या ट्रांसलेशन का काम शुरू किया। इस दौरान वकील के नाल काम करदे पढ़ाई के नाल वकालत के नाल मैनू हाई कोर्ट के कोर्ट रूम जाने का मौका मिला। ये गल रिकॉर्ड ते रखी जाए, मेरे जस्टिस कनन के कनन बहुत मतलब वधिया जज रहे ने, और मैं अगर किसी होर सारे जज वधिया ने किसी होर दे कोर्ट दे विच मैं जाके बैठदा तां भी वही प्रभाव पैना सी। तां मैं जदों कनन दी कोर्ट जाके बैठा तां वो कोर्ट दा औरा सी जिहड़ा सुखमंदर सिंह जी उस औरे ने मैंने बहुत प्रभावित किया। बहुत बड़े बड़े वकील सामने अपनी जरा कर रहे सी, बहस कर रहे सी, तो कनन साहब बहुत ही पेशेंटली सुन रहे थे और बहुत सोहना मतलब वो कमेंट कर रहे थे। उन्होंने लगा कि यार अगर जस्टिस गरीबों के नाल जिस तरह मैनू थोड़ा ने मारिया, मैं सिक्ख्या प्रॉपर मतलब स्कूल नहीं गया, हालांकि कमी नहीं इस चीज़ की मैं कभी भी महसूस की थी, परंतु मैंने लगे कि यार मैं अगर उस सीट पर होवांगा तो मैं शायद कुछ मतलब ये वधिया जगह है जिथे मैंने लगा कि यार ये मैनू मतलब इत्थे मैनू सुकून मिलूगा पै के। तो फस्ट इंप्रैशन से उस तो बाद में फिर जिहड़ा सीगा पढ़ाई के नाल ही बिना कोचिंग तो जुडिशियल सर्विसिज पंजाब जुडिशियल सर्विसिज के थ्रू मैं आया, तो वो मैं नाल ही नाल LLB दे जी सैल्फ स्टडी जी उस एग्जाम के लिए शुरू कर दी। जज साहब तुहाड़ियां गल्लां बातां तो जिहड़ी तुसीं स्टडी नूं हत्थ पाया, ये बड़ी महंगी स्टडी, ये किरती परिवार दा की कहंदे कहांदे घरां दे लड़के जिहड़े आ ये स्टडी नूं हत्थ नहीं पा सकदे क्योंकि फाइनैंशियली बहुत साउंड होना बहुत जरूरी है। वो किहड़ियां महान हस्तियां सी जिन्हां दा तुहाडे सिर ते छत्र छाया रही, तुहानूं फाइनैंशियली सपोर्ट करदे रहे, तुहाडे पेरेंट्स सी जां तुहाडे अध्यापक सी जां होर तुहाडे संगी साथी, प्लीज़ उन्हां बारे भी दसो। देखो जी यूनीवर्सिटी भेजन का श्रेय जिहड़ा ना वकालत करना सिर्फ एक ही बंदे में जाता, हालांकि उस तो 12वीं तक मेरे मास्टर सोहन सिंह ने जी मनदीप बाई होनी ने मेरे फादर की प्रेरणा सी या मेरी खुद अपनी भी मेहनत सी, मैं लेबर करन दी मेरी मतलब लेबर करते करते मतलब मेरी कदे भी मैं अपने आप को लेबरर महसूस नहीं किया, मैं बड़े खिड़े मत्थे मजदूरी की, लेकिन पढ़न का बड़ा ही चाह सीगा। लेकिन जी वकालत लॉ करन जाना यूनीवर्सिटी जाने का हौसला बड़ा सोहना सवाल पूछा, ये सिर्फ मेरे वड्डे वीर जी करके संतोख सिंह जी करके जी उन्होंने मैनू हौसला दिता। बैठे होणगे इत्थे संतोख सिंह सामने बैठे ने
ਤੇ ਮੈਂ ਕਹੂੰਗਾ ਕਿ ਕੈਮਰੇ ਤੇ ਆਣ। ਸੰਤੋਖ ਸਿੰਘ ਜੀ ਨੇ ਮੈਨੂੰ ਮੇਰੇ ਵੱਡੇ ਵੀਰ ਨੇ ਹੱਲਾਸ਼ੇਰੀ ਦਿੱਤੀ। ਮੈਂ ਇੱਕ ਗੱਲ ਦੱਸ ਦੇਣਾ ਚਾਹਾਂ, ਰਿਕਾਰਡ ਤੇ ਰੱਖੀ ਜਾਵੇ, ਇਹ ਵੀ ਮਜ਼ਦੂਰੀ ਕਰਦੇ ਹੁੰਦੇ ਸੀ, ਮੈਂ ਵੀ। ਇਹਨਾਂ ਦੀ ਪੈਂਟ ਦੇ ਉੱਪਰ ਪਿੱਛੇ ਟਾਕੀਆਂ ਲੱਗੀਆਂ ਹੁੰਦੀਆਂ ਸੀ। ਮੈਂ ਛੋਟਾ ਜਿਹਾ ਸੀਗਾ ਵੀ ਮੁੰਡਾ ਪੜ੍ਹਨ ਵਾਲਾ ਸਾਡਾ, ਤਾਂ ਮੈਂ ਦੱਸ ਦੇਣਾ ਚਾਹਾਂ ਮੈਂ 8ਵੀਂ ਕਲਾਸ ਤੋਂ ਹੀ ਹਿੰਦੁਸਤਾਨ ਟਾਈਮਜ਼ ਨਿਊਜ਼ਪੇਪਰ ਪੜ੍ਹਨਾ ਸ਼ੁਰੂ ਕਰਤਾ ਸੀ। ਤੇ ਔਰ ਇੱਕ ਹਾਲਾਂਕਿ ਮੈਂ ਸਕੂਲ ਹੀ ਜਾਂਦਾ ਸੀ, ਇਵਨ ਗਵਰਨਮੈਂਟ ਸਕੂਲ ਜਾਣ ਦਾ ਮੌਕਾ ਵੀ ਨਹੀਂ ਮਿਲਿਆ ਮੈਨੂੰ, ਤਾਂ ਬਿਨਾਂ ਸਕੂਲ ਤੋਂ ਬੱਚਾ ਜਿਹੜਾ ਨਿਊਜ਼ਪੇਪਰ ਪੜ੍ਹਨ ਲੱਗ ਪਿਆ ਸੀ। ਮੈਂ ਮੰਗ ਕਰਦਾ ਸੀ ਮੈਨੂੰ ਦਿੱਤਾ ਜਾਵੇ, ਤਾਂ ਮਜ਼ਦੂਰੀ ਕਰਕੇ ਮੇਰਾ ਭਰਾ ਜਿਹੜਾ ਨਿਊਜ਼ਪੇਪਰ ਮੈਨੂੰ ਪ੍ਰੋਵਾਈਡ ਕਰਵਾਉਂਦਾ ਹੁੰਦਾ ਸੀਗਾ। ਔਰ ਚਾਹ ਹੁੰਦਾ ਸੀ, ਇਹਨਾਂ ਨੇ ਕਿਹਾ ਯੂਨੀਵਰਸਿਟੀ ਸੋ ਇਹਨਾਂ ਤਦ ਤੱਕ ਇਹਨਾਂ ਨੇ ਮਤਲਬ ਥੋੜ੍ਹੇ ਕਿ ਸੈਲਫ ਫਾਈਨੈਂਸ਼ਲੀ ਥੋੜ੍ਹੇ ਜਿਹੇ ਠੀਕ ਹੋ ਕੇ ਇਹਨੇ ਹੋ ਸਕਦਾ ਕਿ ਜਾਓ। ਜਦੋਂ ਮੈਂ ਯੂਨੀਵਰਸਿਟੀ ਗਿਆ ਤਾਂ ਪਿੱਛੋਂ ਮੈਨੂੰ ਇਹਨਾਂ ਨੇ ਫਾਈਨਾਂਸ ਕੀਤਾ ਕਾਫੀ ਸਮੇਂ ਤੱਕ, ਪਰੰਤੂ ਉਦੋਂ ਤੱਕ ਮੈਨੂੰ ਸਮਝ ਆ ਗਈ ਸੀਗੀ ਵੀ ਇਹ ਲੰਬਾ ਸਮਾਂ ਜਿਹੜਾ ਉਹ ਫਾਈਨਾਂਸ ਜਿਹੜਾ ਨਹੀਂ ਪੋਸੀਬਲ ਨਹੀਂ ਹੋ ਪਾਏਗਾ। ਫਿਰ ਜਦੋਂ ਮੈਂ ਉਸ ਸ਼ਹਿਰ ਚਲਾ ਗਿਆ ਤਾਂ ਸ਼ਹਿਰ ਜਾ ਕੇ ਫਿਰ ਮੈਂ ਆਪਣੇ ਆਪ ਨੂੰ ਦੇਖਿਆ, ਤਾਂ ਫਿਰ ਮੈਂ ਵਕਾਲਤ ਦੀ ਜਿਹੜੀ ਮੈਂ ਤੁਹਾਨੂੰ ਦੱਸਾਂ ਤਾਲੀਮ ਲੈਣ ਦੇ ਨਾਲ ਨਾਲ ਮੈਂ ਉਦੋਂ ਹਜੇ ਦੂਜੇ ਸੈਮ ਦੇ ਵਿੱਚ ਹੀ ਪੜ੍ਹਦਾ ਹੁੰਦਾ ਸੀ, ਤੀਜੇ ਸੈਮ ਦੇ ਵਿੱਚ, ਜਦੋਂ ਮੈਂ ਕੇਸ ਬਣਾਉਣੇ ਸਿੱਖ ਲਏ ਸੀ। ਔਰ ਮੈਂ ਦੱਸਣਾ ਚਾਹਾਂਗਾ ਕਿ ਵੀ ਕੇਸ ਬਣਾਉਣੇ ਵਕਾਲਤ ਕਰਨ ਤੋਂ ਬਾਅਦ 2 ਸਾਲ ਕਿਸੇ ਸੀਨੀਅਰ ਵਕੀਲ ਦੇ ਅੰਡਰ ਕੰਮ ਕਰਦੇ ਹੋਣ ਦੇ ਕਰਕੇ ਵੀ ਨਹੀਂ ਆਉਂਦਾ। ਬੜੀ ਮਿਹਨਤ ਕਰਨੀ ਪੈਂਦੀ ਕੇਸ ਬਣਾਉਣਾ, ਜਿਹੜਾ ਡਰਾਫਟਿੰਗ ਕਰਨਾ ਕਹਿੰਦੇ ਆ। ਔਰ ਮੈਂ ਉਹ ਵਕੀਲ ਬਣਨ ਤੋਂ ਪਹਿਲਾਂ ਹੀ ਸਿੱਖ ਲਿਆ ਸੀ, ਔਰ ਡਰਾਫਟਿੰਗ ਤੋਂ ਮੈਨੂੰ ਪੈਸੇ ਆਉਣ ਲੱਗ ਪਏ ਸੀ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜੀਆਂ ਗੱਲਾਂ ਤੁਸੀਂ ਜਿਹੜੀ ਮਿਹਨਤ ਮੁਸ਼ੱਕਤ ਕੀਤੀ ਹੈ, ਤੇ ਅੱਜ ਕੱਲ੍ਹ ਦਾ ਜਿਹੜਾ ਵਿਦਿਆਰਥੀ ਵਰਗ ਉਹ ਮਿਹਨਤ ਮੁਸ਼ੱਕਤ ਤੋਂ ਜੀ ਚਲਾਉਂਦਾ, ਉਹਨਾਂ ਦੇ ਭਾਣੇ ਵੀ ਸਿਰਫ ਪੜ੍ਹਨਾ ਇੱਕ ਮਹਿਜ਼ ਕੋਈ ਸ਼ੌਕ ਨਹੀਂਗਾ, ਅਕੈਡੈਮਿਕ ਡਿਗਰੀ ਹਾਸਲ ਕਰਨਾ। ਇਸੇ ਕਰਕੇ ਜਿਹੜੇ ਸਾਡੇ ਸਮਾਜ ਦੇ ਵਿੱਚੋਂ, ਸਾਡੇ ਮੁਲਕ ਦੇ ਵਿੱਚੋਂ ਇੰਟੈਲੈਕਚੁਅਲਿਟੀ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ, ਸਿਰਫ ਕੰਮ ਪ੍ਰਾਇਓਰਟੀ ਬਣਦਾ ਜਾ ਰਿਹਾ। ਵਿਦਿਆਰਥੀ ਵਰਗ ਲਈ ਤੁਹਾਡਾ ਕੀ ਸੰਦੇਸ਼ ਹੋਏਗਾ? ਦੇਖੋ ਜੀ, ਮੈਂ ਦੋ ਭਾਗਾਂ ਵਿੱਚ ਵੰਡਾਂ ਵਿਦਿਆਰਥੀ ਵਰਗ ਨੂੰ। ਇੱਕ ਤਾਂ ਵਿਦਿਆਰਥੀ ਵਰਗ ਜਿਹੜੇ ਥੋੜ੍ਹਾ ਦੇ ਮਾਰੇ ਹੋਏ ਜੀ, ਇੱਕ ਵਿਦਿਆਰਥੀ ਵਰਗ ਜਿਹੜਾ ਆਮ ਹੈ ਜਿਨ੍ਹਾਂ ਦੇ ਘਰ ਦੇ ਫਾਈਨਾਂਸ ਕਰ ਸਕਦੇ। ਮੈਂ ਦੋਨਾਂ ਦੇ ਅਲੱਗ ਸੋ ਉਹਨਾਂ ਦੇ ਲਈ ਤਾਂ ਮੈਂ ਕੀ ਸੀ ਸ਼ਬਦ ਯੂਜ਼ ਕੀਤਾ ਸੀ, ਬੇਹਿੰਮਤ ਤੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਤਾਂ ਉਹ ਮੈਂ ਕਹਿਣਾ ਚਾਹੁੰਦਾ ਵੀ ਤੁਹਾਡੇ ਕੋਲ ਚਾਰਾ ਨਹੀਂ ਹੈ ਕੋਈ ਜੀ, ਤੁਹਾਡੇ ਕੋਲ ਚਾਰਾ ਹੀ ਨਹੀਂ ਹੈ, ਨਾ ਤੁਹਾਡੇ ਕੋਲ ਜ਼ਮੀਨ ਹੈ, ਨਾ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੁਛ ਹੋਰ ਹੋਏਗਾ, ਕੋਈ ਚਾਰਾ ਨਹੀਂ ਹੈ। ਤੁਹਾਨੂੰ ਸਪੈਸ਼ਲ ਬਣਨਾ ਪਊਗਾ। ਸਪੈਸ਼ਲ ਕਿਸ ਸੈਂਸ ਵਿੱਚ, ਥੋੜ੍ਹਾ ਜਿਹਾ ਧਿਆਨ ਦੇਣ ਵਾਲੀ ਗੱਲ ਹੈ ਵੀ ਤੁਹਾਨੂੰ ਇਹ ਆਪਣੇ ਮਨ ਦੇ ਵਿੱਚ ਇੱਛਾ ਸ਼ਕਤੀ ਰੱਖਣੀ ਪਊਗੀ ਵੀ ਮੈਂ ਜੇ ਆਹ ਕਰਨਾ ਤਾਂ ਕਰਨਾ ਹੀ ਹੈ, ਇਹਦਾ ਕੋਈ ਚਾਰਾ ਹੀ ਨਹੀਂ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੂੰਗਾ, ਮੇਰਾ 15 ਸਾਲ ਦਾ ਸੰਘਰਸ਼, ਇੱਕ ਦਿਨ ਵੀ ਸੁਖਮੰਦਰ ਜੀ ਗੱਲ ਕਾਬਲੇ ਗੌਰ ਹੈ, ਇੱਕ ਦਿਨ ਵੀ ਮੈਂ ਆਪਣੇ ਨਿਸ਼ਾਨੇ ਤੋਂ ਨਹੀਂ ਭਟਕਿਆ। ਔਰ ਮੈਨੂੰ ਪਤਾ, ਮੈਂ ਜਾਗਦੀਆਂ ਅੱਖਾਂ ਨਾਲ ਸੁਪਨੇ ਦੇਖਿਆ, ਲੋਕ ਮੈਨੂੰ ਗੁਆਚਿਆ ਹੋਇਆ ਕਹਿੰਦੇ ਹੁੰਦੇ ਸੀ ਜਿਨ੍ਹਾਂ ਨੇ ਮੈਨੂੰ ਦੇਖਿਆ, ਮੇਰੇ ਬਚਪਨ ਨੂੰ ਦੇਖਿਆ ਸੀ, ਲੇਕਿਨ ਪੂਰੇ 15 ਸਾਲ ਇੱਕ ਦਿਨ ਵੀ ਨਿਸ਼ਾਨੇ ਤੋਂ ਭਟਕਿਆ ਨਹੀਂ। ਮੈਨੂੰ ਪਿਆਸ ਲੱਗੀ ਰਹੀ ਸੀ ਇੱਕ ਤਰ੍ਹਾਂ ਦੀ। ਔਰ ਮੈਂ ਚਾਹਾਂਗਾ ਕਿ ਕਿਰਤੀਆਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ, ਚਾਹੇ ਮੈਂ ਮਜ਼ਦੂਰੀ ਕੀਤੀ ਹੈ, ਮਜ਼ਦੂਰੀ ਕਰਨੀ ਪਵੇ ਔਰ ਉਹਨਾਂ ਨੂੰ ਕਰਨੀ ਪਏਗੀ। ਨਾਲ ਹੀ ਇੱਕ ਹੋਰ ਪੋਜ਼ੀਟਿਵ ਗੱਲ ਦੱਸ ਦੇਵਾਂ, ਜਦੋਂ ਅਸੀਂ ਆਪਣੇ ਨਿਸ਼ਾਨੇ ਪ੍ਰਤੀ ਇਮਾਨਦਾਰ ਹੋਣਾ, ਸਾਰੀ ਸ੍ਰਿਸ਼ਟੀ ਸਾਡੀ ਮਦਦ ਕਰਨ ਆ ਜਾਂਦੀ ਹੈ। ਮੈਂ ਜਿਉਂਦੀ ਜਾਗਦੀ ਮਿਸਾਲ ਹਾਂ, ਤੁਹਾਨੂੰ ਪਤਾ ਹੀ ਨਹੀਂ ਕਿਹੜੇ ਵਿਅਕਤੀ ਤੁਹਾਡਾ ਹੱਥ ਫੜ ਲੈਣਗੇ, ਤੁਹਾਨੂੰ ਪਾਰ ਲਗਾਉਣ ਦੇ ਲਈ ਤਿਆਰ ਰਹਿਣਗੇ। ਇਸ ਲਈ ਰਾਹ ਬਣਦੇ ਨੇ, ਕਹਿੰਦਾ ਕਿ ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ। ਸੋ ਅਗਰ ਤੁਸੀਂ ਤੁਰੋਗੇ ਨਾ, ਰਾਹ ਬਣ ਜਾਣਗੇ, ਤੁਹਾਨੂੰ ਆਪੇ ਹੀ ਹੱਥ ਫੜ ਕੇ ਤਾਂ ਚੜਾਉਣ ਵਾਲੇ ਆ ਜਾਣਗੇ। ਇਹ ਹੈਗੀ ਕਿਰਤੀ ਬੱਚਿਆਂ ਦੇ ਲਈ, ਮਤਲਬ ਇੱਛਾ ਸ਼ਕਤੀ, ਮੈਂ ਕੰਮ ਕਰਨਾ ਹੀ ਕਰਨਾ, ਤੇ ਇਮਾਨ ਦਾ ਵੀ ਮੈਂ ਕੰਮ ਕਰਨਾ ਹੀ ਕਰਨਾ, ਬਾਕੀ ਸਾਰੀ ਚੀਜ਼ਾਂ ਸਾਈਡ 'ਤੇ। ਹੁਣ ਮੇਰੀ ਗੱਲ ਸੁਨੇਹਾ ਉਹਨਾਂ ਜਨਰਲ ਵਰਗ ਦੇ ਵਿਦਿਆਰਥੀ, ਜਨਰਲ ਮੇਰੇ ਕਹਿਣ ਦਾ ਮਤਲਬ ਕਿਸੇ ਕਾਸਟ ਤੋਂ ਨਹੀਂ ਹੈ, ਉਹ ਵਿਦਿਆਰਥੀ ਜਿਹੜੇ ਸਾਰੇ ਹੀ ਨੇ ਵਿਦਿਆਰਥੀ ਜੀ, ਉਹਨਾਂ ਨੇ ਮੇਰਾ ਇਹ ਹੈ ਕਿ ਦੇਖੋ ਸਾਡੀ ਜਿਹੜੀ ਦਰਪੇਸ਼ ਚੁਣੌਤੀ ਹੈ ਨਾ ਸਾਡੇ ਕੋਲ, ਉਹ ਹੈਗੀ ਮੇਨ ਨਸ਼ਾ ਬਹੁਤ ਫੈਲਿਆ ਹੋਇਆ। ਸੋ ਇਸ ਦਰਪੇਸ਼ ਚੁਣੌਤੀ ਨੂੰ ਪਹਿਲਾਂ ਤੁਸੀਂ ਸਾਹਮਣਾ ਕਰਨਾ। ਦੂਜੀ ਹੈ ਕਿ ਥੋੜ੍ਹਾ ਰਿਸ਼ਤਾ ਜਿਹੜਾ ਕਿਤਾਬਾਂ ਨਾਲ ਪਾਓ। ਮੈਂ ਗੱਲ ਕਹਿਣਾ ਚਾਹਾਂਗੀ, ਅਫਸਰ ਬਣਨਾ ਹੀ ਇਕੱਲਾ ਰਾਹ ਨਹੀਂ ਹੁੰਦਾ, ਰਾਹ ਬਹੁਤ ਨਿਕਲਦੇ ਨੇ ਜ਼ਿੰਦਗੀ ਵਿੱਚ। ਸਭ ਤੋਂ ਹੁੰਦਾ ਉੱਤਮ ਇਨਸਾਨ ਬਣਨਾ। ਔਰ ਮੈਂ ਗੱਲਾਂ ਕਿਤਾਬੀ ਨਹੀਂ ਕਰ ਰਿਹਾ, ਮੇਰਾ ਤਜਰਬਾ ਹੈ ਸੁਖਮੰਦਰ ਜੀ। ਇਸ ਲਈ ਕਿਤਾਬਾਂ ਦੇ ਨਾਲ ਰਿਸ਼ਤਾ ਪਾਓ, ਚਾਹੇ ਜੋ ਮਰਜ਼ੀ ਕਰਨਾ ਪਵੇ। ਅਸੀਂ ਇੰਨਾ ਖਰਚਾ ਕਰਦੇ, ਮਹਿੰਗੇ ਮੋਬਾਈਲ ਲੈਂਦੇ ਹਾਂ। ਮੇਰੀ ਪਰਸਨਲ ਸਲਾਹ ਹੈ ਕਿ ਜਿੰਨਾ ਸਵਾਦ ਕਿਤਾਬਾਂ ਪੜ੍ਹ ਕੇ ਜ਼ਿੰਦਗੀ ਜਿਉਣ ਚਾਹੁੰਦਾ, ਉਨਾ ਸਵਾਦ ਹੋਰ ਕਿਤੇ ਵੀ ਨਹੀਂ ਹੈ। ਕਿਤਾਬਾਂ ਹੀ ਇੱਕ ਅਜਿਹਾ ਮਤਲਬ ਗਹਿਣਾ ਹੈ, ਅਸੀਂ ਪੜ੍ਹਦੇ ਹੋਰ ਸੋਹਣੇ ਹੁੰਦੇ ਜਾਂਦੇ ਹਾਂ। ਔਰ ਅਸੀਂ ਜੇ ਹੋਰ ਦੁਨਿਆਵੀ ਚੀਜ਼ਾਂ ਨੂੰ ਸਵਾਦ ਲੈਣ ਲੱਗ ਜਾਂਦੇ, ਉਹ ਕਿਸੇ ਸਮੇਂ ਫਿੱਕੀਆਂ ਪੈ ਜਾਂਦੀਆਂ ਨੇ। ਉਹਨਾਂ ਨੂੰ ਮੇਰਾ ਸੁਨੇਹਾ ਹੈ, ਕਿਤਾਬਾਂ ਨਾਲ ਰਿਸ਼ਤਾ ਪਾਓ ਤੇ ਨਸ਼ੇ ਵੱਲ ਕਦੇ ਨਾ ਜਾਓ। ਤੇ ਜਿਹੜੇ ਫੋਨ ਹੈ ਇਸ ਤਰ੍ਹਾਂ ਦੇ ਡਿਸਟਰੈਕਸ਼ਨਸ ਨੇ, ਇਹਨਾਂ ਤੋਂ ਆਪਣਾ ਜਿਹੜਾ ਧਿਆਨ ਥੋੜ੍ਹਾ ਜਿਹਾ ਘਟਾਓ। ਜ਼ਿੰਦਗੀ ਬਹੁਤ ਸੁੰਦਰ ਹੈ। ਜੱਜ ਸਾਹਿਬ, ਤੁਸੀਂ ਗੱਲ ਚੱਲਦਿਆਂ ਐਰੇ ਦੀ ਗੱਲ ਕੀਤੀ ਸੀ। ਔਰਾ ਜੀ, ਔਰਾ ਤਾਂ ਔਰਾ ਜਿਹੜਾ ਜਦੋਂ
ਤੁਹਾਡਾ ਪ੍ਰੋਫੈਸ਼ਨ ਹੀ ਇਹੋ ਜਿਹਾ ਹੈ ਵੀ ਜਿਹੜਾ ਜੱਜ ਹੈ, ਜੁਡੀਸ਼ੀਅਲ ਪਰਸਨ ਹੈ, ਉਹ ਬਿਲਕੁਲ ਸਮਾਜ ਨਾਲੋਂ ਕੱਟ ਆਫ ਹੋ ਜਾਂਦਾ ਹੈ ਕਿਉਂਕਿ ਉਹਦੀ ਪ੍ਰੋਫੈਸ਼ਨ ਜਿਹੜਾ ਉਹਨੂੰ ਇਸ ਤਰ੍ਹਾਂ ਕਰ ਦਿੰਦਾ ਹੈ। ਇਹੋ ਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਆਪਣੇ ਸਮਾਜ ਨਾਲ, ਆਪਣੇ ਪਰਿਵਾਰ ਨਾਲ ਕਿੱਦਾਂ ਇੰਟਰਲੇਟ ਹੋ ਕੇ ਰਹੋਗੇ ਪਲੀਜ਼? बहुत सोहना बहुत रियल मेरे सवाल पूछे, मैं चाह रहा सी कि इस तरह सवाल मेरे तो पूछे, क्योंकि बहुत सही गल कही है कि जज्जा मेरी ज्वाइनिंग तक ही मेरे को इस समय कि मैं थोड़े रूबरू हाँ, यही मेरे को 3-4 दिन का समा होगा, वापस जाना पऊगा मैनू, तो उस तो बाद बिल्कुल भी राबता नहीं रहूगा। लेकिन परंतु मैं आसमान का राबता मैं रखा किमें रखांगा, मैं रखांगा अपने फैसले दे विच राबता जी बिल्कुल, मैं अपने जो फैसले देवांगा दोनों तेरे मेरे सामने पेश होणगे, उस फैसलिਆਂ ਦੇ ਵਿੱਚ ਹੀ ਮੈਂ ਪੂਰੀ ਮਿਹਨਤ ਕਰਾਂਗਾ ਕਿ ਫੈਸਲੇ ਬਹੁਤ ਆਬਜੈਕਟਿਵ ਤੇ ਬਿਨਾਂ ਪੱਖਪਾਤ ਤੋਂ ਬਹੁਤ ਇਮਾਨਦਾਰ ਦਿੱਤੇ ਜਾਣ। ਮੇਰਾ ਜਿਹੜਾ ਰਾਬਤਾ ਹੈ ਉਹ ਮੇਰੇ ਫੈਸਲੇ ਥਰੂ ਆਮ ਲੋਕਾਂ ਨਾਲ ਹੋਊਗਾ ਵੀ ਯਾਰ ਉਹ ਬੰਦਾ ਜਿਹੜਾ ਜੱਜ ਹੈ ਕੁਲਦੀਪ ਸਿੰਘ ਯਾਰ ਉਹ ਬਹੁਤ ਸਹੀ ਫੈਸਲਾ ਕੀਤਾ ਸੀ, ਹੈ ਨਾ, KCRC ਬਚ ਗਏ ਹਾਂ ਜਾਂ ਉਹ ਬੰਦੇ ਨੇ ਕੀਤਾ ਸੀ ਯਾਰ ਉਹ ਬੰਨਿਆ ਗਿਆ ਬੰਦਾ। ਸੋ ਇਹਦਾ ਰਾਬਤਾ ਹੋਊਗਾ, ਸਾਡੀ ਅੱਖਾਂ ਥਰੂ ਰਾਬਤਾ ਹੋਊਗਾ, ਚਾਹੇ ਮੈਂ ਗੱਲਬਾਤ ਨਹੀਂ ਕਰ ਸਕਾਂ ਔਰ ਮੈਨੂੰ ਸਕੂਨ ਮਿਲੂਗਾ, ਮੈਂ ਰਾਤ ਨੂੰ ਚੈਨ ਨਾਲ ਸੌਂ ਪਾਊਂਗਾ ਔਰ ਇੱਕ ਬੰਦਾ ਵਧੀਆ ਅੱਛਾ ਰਾਬਤਾ ਹੋਏ। और इस तो वड्डी गल ये कि मैं जिन्ना विद्यार्थियों नाल 3-4-5 दिन का सफ़र है, मैं सरकारी स्कूल में जाके मेरे वर्गे जो सरकारी स्कूल पढ़ते विद्यार्थी उन्होंने मैं राबता कैंप किया, उन्होंने किसी को तो मैं जाग ला दी, मैंने पक्का भरोसा। और जो वो मेरे तो मैं बहुत गल्लां साझियां कीतियां उन्होंने, वो जो अफसर बन गए मेरे थ्रू तो वो मेरे जो सपने ने वो राबता कैंप करके SDM DC एग्जैक्टिव के आउणगे तो किते ना किते मेरे जो सुनेहे अगे देणगे और यही इस तरह ही इंडायरैक्टली मेरा राबता जो होएगा। बड़ी वधिया सोच है गिल साहब तुहाडी कि एक डायरैक्ट राबता जिवें असीं कर रहे हैं ते ये रखना सौखा है, जिहड़ा इनडायरैक्ट राबता है वो रखना बहुत औखा है। तुसीं बड़ा सोहना जवाब दिता है इसका कि जिहड़ा तुसीं राबता है अपने फैसलिਆਂ थ्रू दिओगे। ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਤੁਹਾਡੇ ਵਰਗੀਆਂ ਨੇਕ ਸ਼ਖਸੀਅਤਾਂ ਨੂੰ ਅਸੀਂ ਲੋਕਾਂ ਦੇ ਰੂਬਰੂ ਕਰਦੇ ਹਾਂ। ਦੋਸਤੋ ਤੁਸੀਂ ਜੱਜ ਸਾਹਿਬ ਨਾਲ ਗੱਲਬਾਤ ਕਰਦੇ ਆ, ਜਿਸ ਤਰ੍ਹਾਂ ਮੈਂ ਸਹਿਜ ਮਹਿਸੂਸ ਕੀਤਾ ਤੁਸੀਂ ਵੀ ਇਹਨੂੰ ਸਹਿਜ ਮਹਿਸੂਸ ਕੀਤਾ ਹੋਵੇਗਾ। ਉਹਨਾਂ ਦੇ ਰਹਿਨੁਮਾ ਫਾਦਰ ਸਾਹਿਬ ਨਾਲ ਬਾਅਦ 'ਚ ਗੱਲ ਕਰਦੇ, ਸਭ ਤੋਂ ਪਹਿਲਾਂ ਉਹਨਾਂ ਦੇ ਵੱਡੇ ਭਰਾ ਜਿਨ੍ਹਾਂ ਨੇ ਉਸ ਨੂੰ ਉਹਨਾਂ ਨੂੰ ਇਸ ਪੋਜੀਸ਼ਨ 'ਤੇ ਪਹੁੰਚਾਇਆ ਫਾਈਨੈਂਸ਼ੀਅਲ ਆਪਣੀ ਮਜ਼ਦੂਰੀ ਕਰਕੇ। ਬੇਸ਼ੱਕ ਜੱਜ ਸਾਹਿਬ ਨੇ ਮਜ਼ਦੂਰੀ ਕੀਤੀ ਹੈ ਕਿਉਂਕਿ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਜਿਹੜਾ ਉਹ ਬੜਾ ਸੁਖਾਲਾ ਨਹੀਂ ਗਾ। ਜਿਵੇਂ ਕਿਸੇ ਨੂੰ ਬੜੇ ਖੂਬਸੂਰਤ ਰੋੜੇ ਨੂੰ ਰਸਤੇ 'ਚ ਪਏ ਕਿਸੇ ਨੇ ਪੁੱਛਿਆ ਕਿ ਕਹਿੰਦਾ ਮਿੱਤਰਾ ਬੜਾ ਸੋਹਣਾ ਸੋਹਣਾ ਗੋਲ ਗੋਲ ਲੱਗਦਾ, ਤਾਂ ਉਹਨੇ ਕਿਹਾ ਸੱਜਣਾ ਉੱਪਰੋਂ ਠੇਡੇ ਵੱਜਦੇ ਆਏ ਆ ਫਿਰ ਆ ਕੇ ਸੋਹਣਾ ਬਣਿਆ। ਤਾਂ ਮੈਂ ਸਰਦਾਰ ਕੁਲਦੀਪ ਸਿੰਘ ਜੋ ਉਹਨਾਂ ਦੇ ਵੱਡੇ ਭਰਾ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਬਾਈ ਜੀ ਤੁਹਾਡਾ। ਕੁਲਦੀਪ ਸਿੰਘ ਜੀ ਸੌਰੀ ਬਾਈ ਜੀ, ਤੁਸੀਂ ਜੱਜ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਬੜੀ ਇਹਨਾਂ ਦੀ ਹੈਲਪ ਕੀਤੀ ਹੈ, ਤੁਹਾਡੇ ਮਨ 'ਚ ਕੀ ਇੱਛਾ ਸੀ? ਕਿਉਂਕਿ ਤੁਸੀਂ ਖੁਦ ਵੀ ਪ੍ਰੋਫੈਸ਼ਨ ਦੇ ਵਿੱਚੋਂ ਪਹਿਲਾਂ ਮਿਹਨਤ ਮਜ਼ਦੂਰੀ ਕਰਦੇ ਰਹੇ ਹੋ, ਤੁਹਾਡੇ ਮਨ 'ਚ ਕੀ ਸੁਪਨਾ ਸੀ ਆਪਣੇ ਭਰਾ ਪ੍ਰਤੀ? ਮੇਰੇ ਮਨ 'ਚ ਇਹ ਸੁਪਨਾ ਸੀ, ਮੇਰੇ ਮਨ 'ਚ ਇਹ ਸੁਪਨਾ ਸੀਗਾ ਜੀ, ਮੇਰੇ ਛੋਟੇ ਬ੍ਰਦਰ ਜਿਵੇਂ ਜਸਟਿਸ ਪਾਸ ਕਰ ਚੁੱਕੇ, ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਪਰ ਹਰੇ ਪਰਿਵਾਰ ਲਈ ਬੜੀ ਮਿਹਨਤ ਸੀ, ਬਾਕੀ ਮਿਹਨਤ ਇਹਨਾਂ ਦੀ ਜੋ ਫਾਈਨੈਂਸ਼ੀਅਲ ਸੀ ਉਹਦੀ ਮੈਂ ਸਪੋਰਟ ਮੈਨੂੰ ਰੇਖਾ ਕਰਾਂਗੇ ਹਮੇਸ਼ਾ ਕਹਿੰਦਾ ਹੁੰਦਾ ਸੀ ਜੋ ਕਸਬਾ ਤੂੰ ਘਰ ਦੇ ਬੈਕਗਰਾਊਂਡ ਬਾਰੇ ਨਹੀਂ ਹੈਗਾ ਸੋਚਣਾ ਹੈਗਾ, ਤੂੰ ਆਪਣੀ ਮਿਹਨਤ ਦੇ ਆਪਦੀ ਮਿਹਨਤ ਦਾ ਕਰਨੀ ਅਤੇ ਜੋ ਕੁਛ ਹੈਗਾ ਮੈਂ ਮਦਦ ਕਰਾਂਗਾ। ਬਹੁਤ ਬਹੁਤ ਸ਼ੁਕਰੀਆ ਸਰਦਾਰ ਸਾਹਿਬ। ਦੋਸਤੋ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਗਿੱਲ ਸਾਹਿਬ ਅੱਜ ਆਪਣੀ ਪਿੱਤਰ ਭੂਮੀ 'ਚ ਬੈਠੇ ਨੇ ਕਿਉਂਕਿ ਬੇਸ਼ੱਕ ਇਹਨਾਂ ਦਾ ਜਿਹੜਾ ਨਿਵਾਸ ਹੈ ਨਿਵਾਸ ਸਥਾਨ ਕੋਟਕਪੂਰੇ ਨੇ, ਪਰ ਇਹਨਾਂ ਦੇ ਬਜ਼ੁਰਗਾਂ ਦੀ ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਉਹਨਾਂ ਨਾਲ ਹੀ ਆਪਾਂ ਗੱਲਬਾਤ ਕਰਦੇ ਹਾਂ। ਪੰਜਗਰਾਈ ਖੁਰਦ ਮੋਗੇ ਜ਼ਿਲ੍ਹੇ ਦਾ ਛੋਟਾ ਜਿਹਾ ਪਿੰਡ ਹੈ ਅਤੇ ਉਸ ਸਮੁੱਚੇ ਪਿੰਡ ਲਈ ਵੀ ਮਾਣ ਵਾਲੀ ਗੱਲ ਹੈ ਕਿਉਂਕਿ PCS ਜੁਡੀਸ਼ੀਅਲੀ ਸਿਰਫ ਸ਼ਬਦਾਂ ਨਾਲ ਕਹਿਣ ਨਾਲ ਨਹੀਂ ਪੂਰੀ ਹੁੰਦੀ, ਇਹਦੇ ਲਈ ਬਹੁਤ ਜ਼ਬਰ ਜਾਲਣੇ ਪੈਂਦੇ ਆ। ਫਾਦਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਬਾਪੂ ਜੀ ਅੱਜ ਕਿੱਦਾਂ ਮਹਿਸੂਸ ਕਰਦੇ ਹੋ ਕਿਉਂਕਿ ਤੁਸੀਂ ਜਿਹੜੀ ਰਾਜ ਮਿਸਤਰੀ ਦਾ ਕੰਮ ਕੀਤਾ ਅਤੇ ਬੜੀ ਭਖਵੀਂ ਮਿਹਨਤ ਹੁੰਦੀ ਹੈ, ਤਾਂ ਤੁਹਾਡਾ ਬੇਟਾ ਅੱਜ ਇਸ ਮੁਕਾਮ 'ਤੇ ਪਹੁੰਚਿਆ ਤਾਂ ਤੁਹਾਨੂੰ ਕੀ ਮਹਿਸੂਸ ਹੁੰਦਾ? ਤਾਂ ਬਹੁਤ ਆ, ਜਿਵੇਂ ਛੋਟੇ ਜਿਹੇ ਪਰਿਵਾਰ 'ਚੋਂ ਉੱਠ ਕੇ ਅਤੇ ਇੱਕ ਜੀਰੋ ਹੁੰਦੀ ਹੋਲ ਜੀਰੋ ਨੂੰ ਖੁੱਲ੍ਹਾ ਮੂੰਹ ਸੀ ਜਿੱਥੇ ਉੱਠ ਕੇ ਅਤੇ ਅੱਜ ਸਾਰੇ ਨੂੰ ਵਕਤ ਦੀ ਗੱਲ ਕਰਦੇ ਆ। ਤਾਂ ਮੈਂ ਸਾਰਿਆਂ ਨੂੰ ਦੱਸਣਾ ਵੀ ਚਾਹਾਂਗਾ ਵੀ ਸਾਰਿਆਂ ਨੂੰ ਪਤਾ ਸਾਰੇ ਮੇਰੇ ਨੇ ਵਰਤੇ ਹੁੰਦੇ ਆ, ਸਭ ਨੂੰ ਪਤਾ ਇੱਥੇ ਜ਼ਮੀਨ 'ਚ ਮੈਂ ਪੈਦਾ ਹੋਇਆ ਸੀ। ਪਰ ਮੈਂ ਇਹਨਾਂ ਨੂੰ ਪਹਿਲੀ ਗੱਲ ਸੀ ਕਿਹਾ ਸੀ ਕਿ ਚਲੋ ਖੁਸ਼ੀ ਦੀ ਗੱਲ ਤਾਂ ਹੁੰਦੀ ਅੱਗੇ, ਅਤੇ ਪਹਿਲੀ ਗੱਲ ਮੈਂ ਇੱਥੋਂ ਗਿਆ ਸੀ ਬੇਟਾ ਪੜ੍ਹਨਾ ਪਊਗਾ, ਪਰ ਮੈਨੂੰ ਆਪ ਨੂੰ ਘਾਟ ਬਹੁਤ ਸੀ ਪੜ੍ਹਾਈ ਦੀ, ਪਰ ਪੜ੍ਹਨਾ ਪਊਗਾ ਤੁਹਾਨੂੰ ਮਿਹਨਤ ਕਰਨੀ ਪਊਗੀ। ਜੇ ਤੁਸੀਂ ਆਖੋ ਜੀ ਡੈਡੀ ਆਪਾਂ ਨੂੰ ਪੈਸੇ ਦੇਊਗਾ, ਪੈਸੇ ਨਹੀਂ ਮੈਂ ਦੇ ਸਕਦਾ ਤੁਹਾਨੂੰ ਪੜ੍ਹਾਈ 'ਤੇ
ਖੁੱਲ੍ਹਾ ਸਮਾਂ ਤੁਹਾਨੂੰ ਉਹ ਪੜ੍ਹ ਸਕਦਾ। ਦਿਹਾੜੀਆਂ ਤਾਂ ਜਦੋਂ ਮਰਜ਼ੀ ਕਰ ਲਓ, ਪਰ ਪੜ੍ਹਾਈ ਨਹੀਂ ਤੁਹਾਨੂੰ ਮਿਲਦੀ। ਜਿਹੜਾ ਸਕੂਲ ਦਾ ਮਿੰਟ ਦਾ, ਘੰਟੇ ਦਾ, 10 ਮਿੰਟਾਂ ਦਾ ਟਾਈਮ ਆ, ਇਹ ਤੁਹਾਡਾ ਵਾਪਸ ਨਹੀਂ ਆਉਣਾ ਤੁਹਾਡੇ ਕੋਲ, ਪਰ ਇਹਨੂੰ ਆਪਣੇ ਨੂੰ ਸੰਭਾਲ ਕੇ ਰੱਖੋ। ਇਹਨਾਂ ਸੰਭਾਲ ਕੇ ਰੱਖਿਆ ਕਿ ਅੱਜ ਮੇਰਾ ਪਰਿਵਾਰ ਸਾਰਾ ਪਿੰਡ ਫੁੱਲਿਆ ਨਹੀਂ ਸਮਝਦਾ ਪੰਜਗਰੀ ਛੋਟੀ, ਅਤੇ ਅੱਜ ਸਾਰੇ ਖੁਸ਼ੀਆਂ ਦੇ ਨਾਲ ਦਿਨ ਸਮਝਦੇ ਗਏ। ਮੈਂ ਸਾਰਿਆਂ ਨੂੰ ਸੱਜਣਾਂ ਨੂੰ ਵੀ ਦੁਆ ਦੇਣਾ, ਇਹਨਾਂ ਦੀਆਂ ਦੁਆਵਾਂ ਦੇ ਨਾਲ, ਭਰਾਵਾਂ ਦੇ ਨਾਲ ਸਾਰੇ ਵੱਡਾ ਸੰਯੋਗ ਜਿਹੜਾ ਇਹ ਭਾਈ ਦਾ, ਜਾਣੀ ਕਿ ਉਹਦੇ ਪਿੰਡ ਦੀ ਗੱਲ ਕੀਤੀ ਸੀ, ਉਹ ਹਜੇ ਵੀ ਰੱਖੀ ਬੈਠੇ ਆ। ਸ਼ਾਮ ਸੀ ਤਾਂ ਉਹ ਉੱਠ ਕੇ ਵੀ ਚਲਾ ਗਿਆ ਪੰਜਗੜੀ ਚੌਂਕੀ ਦੇ ਵਿੱਚ ਵੀ, ਪਰ ਫਿਰ ਵੀ ਅਸੀਂ ਥੱਲੋਂ ਨੂੰ ਭੁਲਾਇਆ ਨਹੀਂ ਗਾ ਵੀ ਸਾਡਾ ਪਿੱਛਾ ਕੀ ਆ, ਵੀ ਅੱਜ ਕੀ ਹੋ ਗਏ। ਪਰ ਸਾਨੂੰ ਮਾਣ ਹੈ ਇਸ ਚੀਜ਼ 'ਤੇ ਵੀ ਸਾਡੇ ਇਲਾਕੇ ਨੂੰ ਬੜੀ ਖੁਸ਼ੀ ਦੀ ਗੱਲ ਆ ਵੀ ਛੋਟੇ ਜਿਹੇ ਪਿੰਡ ਦੇ ਵਿੱਚ ਉੱਠ ਕੇ ਅਤੇ ਗਿਆ। ਮੈਂ ਇੱਥੋਂ ਕਿਉਂ ਸੀਗਾ, ਮੈਂ 90 ਦੇ 11ਵੇਂ ਮਹੀਨੇ 11 ਤਰੀਕ ਨੂੰ ਮੈਂ ਕੋਟਪੁਰ ਚਲਾ ਗਿਆ ਵੀ ਚੱਲ ਵੀ ਇੱਥੇ ਮੇਰਾ ਕੰਮ ਦਾ ਕਰਦਾ ਪੂਰਾ ਪਹੁੰਚਦਾ, ਉੱਥੇ ਚਲਾ ਗਿਆ। ਪਰ ਇਹਨਾਂ ਨੂੰ ਇਹੋ ਹੀ ਕਿਹਾ ਸੀ ਉੱਥੇ ਜਾ ਕੇ ਜਿਹੜਾ ਪੜ੍ਹਾਈ ਕਰਨੀ ਆ, ਪੜ੍ਹਾਈ ਤੋਂ ਬਿਨਾਂ ਤੁਹਾਡਾ ਕੁਛ ਨਹੀਂ ਵੱਟਿਆ ਜਾਣਾ। ਜੇ ਪੜ੍ਹਾਈ ਕਰੋਗੇ ਤੁਸੀਂ ਕਰ ਲਓਗੇ, ਜੇ ਤੁਸੀਂ ਆਖੋ ਵੀ ਡੈਡੀ ਦੇਊਗਾ ਤਾਂ ਫਿਰ ਤਾਂ ਬੇਟਾ ਤੁਹਾਨੂੰ ਦਿਹਾੜੀਆਂ ਹੀ ਕਰਨੀਆਂ ਪੈਣੀਆਂ ਮੇਰੇ ਨੂੰ, ਪਰ ਤੁਸੀਂ ਪੜ੍ਹਾਈ ਦਾ ਧਿਆਨ ਕੋਈ। ਇਹਨਾਂ ਨੇ ਆਪਣੇ ਪੂਰੇ ਬੋਲ ਪਜਾਏ ਅਤੇ ਉਹਨਾਂ ਬੋਲਣਾ ਦਾ ਹੀ ਕਿੱਥੇ ਬੈਠੇ। ਬਾਪੂ ਜੀ ਜੱਜ ਸਾਹਿਬ ਹੁਣ ਬੈਠੇ ਆ, ਤੇ ਇਹਨਾਂ ਦੇ ਬਚਨ ਬਾਰੇ ਕੋਈ ਇਹੀ ਘਟਨਾ, ਕਿਉਂਕਿ ਜਿਹੜੇ ਕਹਿੰਦੇ ਆ ਵੀ ਹੋਣਹਾਰ ਬਿਰਵਾਨ ਕੇ ਹੋ ਚੀਕਨੇ ਪਾਤ, ਤੇ ਲੰਬਾ ਸਮਾਂ ਇਹਨਾਂ ਨੇ ਮਿਹਨਤ ਕੀਤੀ ਹੋ। ਕੋਈ ਸ਼ਰਾਰਤੀ ਘਟਨਾ, ਜੇ ਕੋਈ ਘਟਨਾ ਤੁਹਾਡੇ ਮਾਈਂਡ ਦੇ ਵਿੱਚ ਹੋਵੇ ਤਾਂ ਪਲੀਜ਼ ਸਾਨੂੰ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਦਰਸ਼ਕਾਂ ਨਾਲ। ਘਟਨਾ ਤਾਂ ਜਾਣੀ ਕਿ ਬਹੁਤ ਸ਼ਰਾਰਤੀ ਸੀਗਾ ਜੀ, ਇਹਨੂੰ ਕੋਈ ਵੀ ਨਹੀਂ ਘਰ ਦਾ ਇਹਨੂੰ ਝੱਲਣਾ ਚਾਹੁੰਦਾ ਸੀਗਾ ਜੀ, ਕੋਈ ਵੀ ਨਹੀਂ ਇਹਨੂੰ ਝੱਲਦਾ ਸੀਗਾ ਜੀ। ਇੱਧਰੋਂ ਮੇਰੇ ਵੱਲੋਂ ਵੀ, ਤਾਇਆ ਜੀ ਵੱਲੋਂ ਵੀ, ਭੈਣਾਂ ਜੀ ਵੱਲੋਂ ਵੀ, ਸਾਰੇ ਤੋਂ ਨਾਨਕੀ ਵੀ ਗਿਆ, ਨਾਨਕਿਆਂ ਨੇ ਵੀ ਇਹਨੂੰ ਕਹਿੰਦੇ ਵੀ ਨਹੀਂ ਇੱਥੇ ਨਹੀਂ ਰਹਿ ਸਕਦਾ ਗਾ। ਜੀ, ਜਾਣੀ ਬਚਪਨ ਦੀ ਗੱਲ ਆ ਕਿ ਸ਼ਰਾਰਤੀ ਜ਼ਿਆਦਾ ਸੀਗਾ, ਪਰ ਸ਼ਰਾਰਤੀ ਇਹਦਾ ਛੋਟੇ ਹੁੰਦੇ ਨੂੰ ਛੋਟਾ ਸਾਰਿਆਂ ਤੋਂ ਸੀਗਾ, ਪਿਆਰਾ ਸੀਗਾ। ਪਿਆਰਾ ਕਰਕੇ ਤੇ ਗੁਰਦੁਆਰਾ ਸੀ, ਗੁਰਦੁਆਰੇ ਦੇ ਕੋਲ ਦੀ ਲੰਘਦੇ ਹੁੰਦੇ ਸੀ, ਉੱਥੋਂ ਇਹਨਾਂ ਨੇ ਸਾਰੇ ਇਕੱਠੇ ਦੁਪਹਿਰੇ ਤੋਂ ਉਹਨਾਂ ਦੇ ਚਪਲੀਆਂ ਕੁੱਟੀਆਂ ਦੇ ਵਿੱਚ ਆਉਣਾ, ਤੋਂ ਉਹਦੇ ਵੜ ਜਾਣਾ ਬਾਬੇ ਕੋਲ। ਬਾਬਾ ਥੋੜ੍ਹਾ ਜਿਹਾ ਅੱਖਾਂ ਨੂੰ ਘੱਟ ਦਿੰਦਾ ਸੀਗਾ, ਅਤੇ ਮੱਥਾ ਟੇਕਣਾ, ਟੇਕ ਕੇ ਤੋਂ ਖਿੱਲਾਂ ਲੈਣੀਆਂ, ਖਿੱਲਾਂ ਕੌਲੇ ਦੇ ਉੱਧਰ ਦੀ ਹੋ ਜਾਣਾ ਅਤੇ ਉੱਧਰ ਦੀ ਹੋ ਜਾਣਾ, ਦੋਵਾਂ ਨੇ ਮੂਹਰੇ ਬਾਬੇ ਦੇ ਹੋ ਜਾਣਾ, ਚਾਰਾਂ ਨੇ ਮਗਰੋਂ ਖਿੱਲਾਂ ਦੀਆਂ ਚੱਕ ਦੇਣੀਆਂ ਬਾਬੇ ਦੀਆਂ। ਅਤੇ ਇਹੋ ਜਿਹੀਆਂ ਸ਼ਰਾਰਤਾਂ ਸੀ ਇਹਨਾਂ ਦੀਆਂ, ਸ਼ਰਾਰਤਾਂ ਜਿਹੜੀ ਕਿ ਬਹੁਤ ਸੀਗੀਆਂ। ਫਿਰ ਇਹ ਤੋਂ ਜਿੰਨੀ ਇਹਦੇ ਜਿਹੜੀਆਂ ਖਿੱਲਾਂ ਹੋਣੀਆਂ, ਉਹ ਦੂਜਿਆਂ ਨੇ ਕਹਿ ਦੇਣਾ ਬਾਬਾ ਸਾਨੂੰ ਭੋਗ ਦੇ ਦੇ, ਇਹਨੂੰ ਬਾਬਾ ਕਹਿਣਾ, ਫਿਰ ਬਾਬਾ ਬਾਬਾ ਜੀ ਇਹਨੂੰ ਕਹਿੰਦੇ। ਸ਼ਰਾਰਤਾਂ ਤੋਂ ਬਹੁਤ ਪਹਿਲਾਂ ਤੋਂ ਹੀ ਸੀਗਾ ਇਹਦਾ ਕੰਮ ਵੀ ਜ਼ਿਆਦਾ। ਬਹੁਤ ਬਹੁਤ ਸ਼ੁਕਰੀਆ ਬਾਪੂ ਜੀ, ਤੁਸੀਂ ਜੱਜ ਸਾਹਿਬ ਦੇ ਬਚਪਨ ਬਾਰੇ, ਕਿਉਂਕਿ ਇਹ ਪੱਖ ਜਦੋਂ ਬੰਦਾ ਪਦਵੀ 'ਤੇ ਪਹੁੰਚ ਜਾਂਦਾ ਇਹ ਪਿੱਛੇ ਰਹਿ ਜਾਂਦਾ। ਤਾਂ ਮੈਂ ਮਾਤਾ ਜੀ ਨੂੰ ਵੀ ਮਿਲਣਾ ਚਾਹਾਂਗਾ। ਦੋਸਤੋ, ਗੱਲ ਕਰਨ ਜਾ ਰਹੇ ਹਾਂ ਕੁਲਦੀਪ ਸਿੰਘ ਗਿੱਲ ਦੀ ਮਾਤਾ ਜੀ ਦੇ ਨਾਲ। ਸਵਾਗਤ ਹੈ ਮਾਤਾ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਰੇ ਮਾਤਾ ਜੀ ਪਹਿਲਾਂ ਆਪਣਾ ਨਾਮ ਦੱਸੋ। ਨਾਂ ਜੀ ਮੇਰਾ ਚਰਨਜੀਤ ਕੌਰ। ਅੱਛਾ ਮਾਤਾ ਜੀ, ਇਹ ਗੱਲ ਦੱਸੋ ਹਾਂਜੀ ਵੀ ਗਿੱਲ ਸਾਹਿਬ ਅੱਜ ਜੱਜ ਬਣ ਗਏ ਨੇ, ਹਾਂਜੀ, ਕਿ ਮਾਂ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ। ਬਹੁਤ ਖੁਸ਼ੀ ਜੀ। ਨਗਰ ਖੇੜੇ ਨੂੰ ਵੀ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਕਦਮ ਜ਼ਿਆਦੇ। ਬਹੁਤ ਬੱਚੇ ਨੇ ਮੇਰੇ ਨੇ ਮਿਹਨਤ ਕੀਤੀ ਆ, ਆਪਦੀ ਮਿਹਨਤ ਨਾਲ ਇੱਥੋਂ ਤੱਕ ਪਹੁੰਚਿਆ। ਮੈਂ ਵੀ ਇਹਨਾਂ ਨੂੰ ਬਹੁਤ ਮਿਹਨਤ ਦੇ ਨਾਲ ਖੇਤੀਬਾੜੀ ਦਾ ਕੰਮ ਕਰਕੇ ਇਹਨਾਂ ਨੂੰ ਨਾਲ 2.5 ਸਾਲ ਦਾ ਸੀ ਜਦੋਂ ਮੈਨੂੰ ਸਕੂਲੇ ਪਾਤਾ। ਜੀ, ਮੈਨੂੰ ਉੱਥੇ ਦੁੱਧ ਪਿਆ ਕੇ ਆਉਣਾ, 4-5 ਭੈਣ ਭਰਾਵਾਂ ਦੇ ਮਗਰ ਜਾਣਾ, ਇਹਨਾਂ ਦੇ ਚਾਰਾਂ ਦੇ ਮਗਰ ਜਾਣਾ। ਅਤੇ ਜਦੋਂ ਫਿਰ ਮੈਂ ਜਾਣਾ ਉੱਥੇ ਮੈਡਮ ਨੇ, ਜਿਹਨੇ ਮੈਨੂੰ ਮੁੰਡੇ ਵਾਲੇ ਸਕੂਲ ਵਾਲੀ ਨੇ ਕਹਿਣਾ ਚਰਨਜੀਤ ਤੂੰ ਕਿ ਕਾਹਦੇ 'ਤੇ ਆਈ ਆ? ਮੈਂ ਕਿਹਾ ਜੀ ਮੈਡਮ ਮੈਂ ਤੁਰ ਕੇ। ਆ ਲੈ ਚਰਨਜੀਤ ਪੈਸੇ ਲੈ ਲਾ, ਤੂੰ ਬੱਸ 'ਤੇ ਚਲੀ ਜਾ। ਅਤੇ ਤੂੰ ਬਹੁਤ ਜ਼ਿਆਦਾ ਮਿਹਨਤ ਚਰਨਜੀਤ ਕੀਤੀ, ਤੇਰਾ ਬਹੁਤ ਬਹੁਤ ਕਹਿੰਦੀ ਧੰਨਵਾਦ ਵੀ ਤੂੰ ਜਿਹੜੀ ਇਹਨੂੰ ਮਾਂ ਨੇ ਵੀ ਇੱਥੋਂ ਤੱਕ ਬੱਚਿਆਂ ਨੂੰ ਪੜ੍ਹਾਤਾ। ਮਾਤਾ ਜੀ ਜਿਹੜੀ ਗੱਲ ਮੈਂ ਪੁੱਛਣੀ ਚਾਹੁੰਦਾ ਤੁਹਾਡੇ ਕੋਲੋਂ, ਹਾਂਜੀ ਵੀ ਅੱਜ ਪੁੱਤ ਤੁਹਾਡਾ ਬੜੇ ਉੱਚੇ ਰੁਤਬੇ ਤੇ ਪਹੁੰਚ ਗਿਆ, ਹਾਂਜੀ ਤੇ ਮਿਹਨਤ ਵੀ ਕੀਤੀ, ਤੁਸੀਂ ਵੀ ਕਹਿ ਰਹੇ ਹੋ, ਹਾਂਜੀ। ਤੇ ਇੱਕ ਮਾਂ ਹੋਣ ਦੇ ਨਾਤੇ ਸਮੁੱਚੇ ਸਮਾਜ ਦੀਆਂ ਮਾਵਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਅੱਜ ਜਿਹੜੀ ਇਹ ਸਵਾਲ ਮੇਰਾ ਤਾਂ ਹੋ ਰਿਹਾ ਹੈ ਕਿ ਅੱਜ ਸਾਡੇ ਬੱਚੇ ਜਿਹੜੇ ਆ ਨਾ ਭਟਕ ਰਹੇ ਨੇ ਰਸਤੇ ਤੋਂ। ਮੈਂ ਸਵਾਲ ਤੁਹਾਨੂੰ ਤਾਂ ਕਰ ਰਿਹਾ ਕਿ ਬੱਚੇ ਭਟਕ ਰਹੇ ਨੇ, ਉਹਦੇ ਵਿੱਚ ਕੁਛ ਨਾ ਕੁਛ ਹੱਦ ਤੱਕ ਮਾਵਾਂ ਦਾ ਵੀ ਰੋਲ ਹੈ। ਤੁਸੀਂ ਇਹਨਾਂ ਨੂੰ ਕਿੱਦਾਂ ਆਪਣੀ ਬੁੱਕਲ 'ਚ ਲੈ ਕੇ ਰੱਖਿਆ, ਕਿੱਦਾਂ ਕਿਹੋ ਜਿਹੀ ਸਿੱਖਿਆ ਦਿੱਤੀ ਤਾਂ ਜੋ ਇਹ ਆਪਣੇ ਟੀਚਰ ਨੂੰ ਪ੍ਰਾਪਤ ਕਰ ਸਕੇ? ਅਸੀਂ ਇਹਨਾਂ ਨੂੰ ਇਹੋ ਹੀ ਸਿੱਖਿਆ ਦਿੱਤੀ ਵੀ ਅਸੀਂ ਤਾਂ ਨਕਲੀ ਮਾਂ ਪਿਓ, ਅਸਲ ਮਾਂ ਪਿਓ ਤੁਹਾਡਾ ਟੀਚਰ ਆ, ਵੀ ਇਹ ਜਨ ਤੁਹਾਨੂੰ ਜਿਵੇਂ ਕਹਿਣਗੇ ਤਾਂ ਵੀ ਇਹਨਾਂ ਦੇ ਉਵੇਂ ਹੀ ਕਹਿਣੇ 'ਚ ਚੱਲ ਕੇ ਕਿ ਵੀ ਆਪਦੀ ਜ਼ਿੰਦਗੀ ਬਣਾਉਣੀ ਆ। ਅਤੇ ਆਪਾਂ ਤਾਂ ਜਿਹੜੀਆਂ ਮਾਵਾਂ ਬੈਠੇ ਇਹਨਾਂ ਨੂੰ ਵੀ ਇਹੀ ਆਨੇ ਤੁਸੀਂ ਆਪਦੇ ਬੱਚਿਆਂ ਨੂੰ
ਨਹੀਂ ਵੀ ਜਾਂਦੇ ਤਾਂ ਇਹਨਾਂ ਨੂੰ ਕੰਟਰੋਲ ਕਰਕੇ ਇਹਨਾਂ ਨੂੰ ਪੜ੍ਹਾਓ, ਇਹਨਾਂ ਨੂੰ ਵੀ ਮੇਰੇ ਬੇਟੇ ਜਿੰਨੇ ਅਹੁਦੇ ਤੇ ਪਹੁੰਚਾਓ। ਜੀ ਦੋਸਤੋ, ਤੁਸੀਂ ਦੇਖਿਆ ਕਿ ਮਾਤਾ ਜੀ ਨੇ ਬੜਾ ਸੋਹਣਾ ਜਵਾਬ ਦਿੱਤਾ ਕਿ ਸਿੱਖਿਆ ਸਾਡੇ ਜੀਵਨ ਦਾ ਅਹਿਮ ਅੰਗ ਹੈ, ਤੇ ਇਸ ਕਰਕੇ ਹਰ ਮਾਤਾ ਨੂੰ ਅਪੀਲ ਹੈ ਇਸ ਮਾਂ ਵੱਲੋਂ ਕਿ ਆਪਣੇ ਬੱਚਿਆਂ ਨੂੰ ਜਿੱਥੇ ਪਿਆਰ ਦਿੰਦੇ ਆ ਉੱਥੇ ਸਿੱਖਿਆ ਵੀ ਦਿਓ ਕਿ ਉਹ ਪੜ੍ਹਨ। ਤੇ ਇਸ ਮੌਕੇ ਤੇ ਮੈਨੂੰ ਸੰਤ ਰਾਮ ਉਦਾਸੀ ਜੀ ਦੀਆਂ ਲਾਈਨਾਂ ਯਾਦ ਆ ਰਹੀਆਂ ਨੇ ਵੀ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਤੇ ਅਸੀਂ ਬੇਹੱਦ ਮਸ਼ਕੂਰ ਹੈ ਜੱਜ ਸਾਹਿਬ ਦੇ। ਜੱਜ ਸਾਹਿਬ ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬੇਹੱਦ ਸ਼ੁਕਰੀਆ। ਸਾਡੇ ਨਾਲ ਜੁੜ ਚੁੱਕੇ ਨੇ ਪੰਜਗਰਾਈ ਖੁਰਦ ਦੇ ਪੰਚਾਇਤ ਮੈਂਬਰ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰਦਾਰ ਕੁਲਦੀਪ ਸਿੰਘ ਗਿੱਲ ਬਾਰੇ। ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ। ਮੈਂਬਰ ਸਾਹਿਬ, ਤੁਹਾਡੇ ਪਿੰਡ ਦੇ ਇੱਕ ਨੌਜਵਾਨ ਜੱਜ ਬਣੇ ਨੇ, ਤੁਹਾਨੂੰ ਕਿੱਦਾਂ ਦਾ ਲੱਗਦਾ? ਇਸ ਨਾਲ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ, ਕਿਉਂਕਿ ਅੱਜ ਸਾਡੇ ਇੱਕ ਅਣਮਾਣੇ ਜਿਹੇ ਬੱਚੇ ਨੇ ਪੰਜਗਰਾਈ ਖੁਰਦ ਦਾ ਇੱਕ ਨਾਂ ਰੋਸ਼ਨ ਕੀਤਾ। ਤੇ ਭਲਾ ਬਿਲਕੁਲ ਰਹੇ ਕੋਟਕਪੂਰੇ ਰਹੇ ਆ, ਪਰ ਇਹਨੇ ਆਪਦੇ ਪਿਤਾ ਪੁਰਖੀ ਪੰਜਗਰਾਈ ਖੁਰਦ ਵਿੱਚ ਜਨਮ ਭੂਮੀ ਵਿੱਚ ਵਾਪਸ ਆ ਕੇ ਸਾਡੇ ਨਾਲ ਪਿਆਰ ਦਾ ਸਬੂਤ ਦਿੱਤਾ। ਜੀ ਦੋਸਤੋ, ਜਿਸ ਤਰ੍ਹਾਂ ਕਿ ਮੈਂਬਰ ਸਾਹਿਬ ਨੇ ਦੱਸਿਆ ਕਿ ਇਹਨਾਂ ਨੇ ਪਿੰਡ ਨਾਲ ਰਾਬਤਾ ਬਣਾਇਆ ਹੋਇਆ, ਤੇ ਕੰਮ ਕਰਦਿਆਂ ਪੁੱਸ ਪੈਂਦਾ ਹੁੰਦੇ ਮੂਰਖ ਮੈਂ ਕਈ ਸਜਾਨ ਵੇਖੇ, ਕੱਸ ਕੇ ਸੈਲ ਦੀ ਹਿੱਕੜੀ ਤੇ ਰੱਸੀ ਨਾਲ ਵੀ ਪੈਂਦੇ ਨਿਸ਼ਾਨ ਵੇਖੇ। ਅੱਜ ਦੇ ਇਸ ਪ੍ਰੋਗਰਾਮ 'ਚ ਇੰਨਾ ਹੀ। ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸ਼ੇਅਰ ਕਰੋ, ਤਾਂ ਕਿ ਇਹੋ ਜਿਹੀਆਂ ਮਹਾਨ ਹਸਤੀਆਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹੀਏ।